Hello everyone, this is Manpreet from Nursing Scoop Live. I hope you all are doing really great. So guys, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨਾ ਹੈਗਾ ਆ one of the another important drug that is the aminoglycoside. So aminoglycoside ਇੱਕ ਐਂਟੀਬਾਇਓਟਿਕ ਆ। ਇਸ ਤੋਂ ਪਹਿਲਾਂ ਆਪਾਂ ਇੱਕ ਐਂਟੀਬਾਇਓਟਿਕ ਡਿਸਕਸ ਕਰ ਚੁੱਕੇ ਹੈਗੇ ਆ vancomycin. So this is the second drug. So ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਹੈਗੀ ਤਾਂ ਉਹ ਵੀਡੀਓ ਵੀ ਦੇਖ ਲਿਓ। NCLEX RN ਦੇ ਐਗਜ਼ਾਮ ਦੇ ਲਈ ਇਹ ਡਰੱਗਸ ਬਹੁਤ ਇੰਪੋਰਟੈਂਟ ਰਹਿਣਗੀਆਂ। ਸੋ ਜੇ ਤੁਹਾਨੂੰ ਇਸ ਚੈਨਲ ਦੀਆਂ ਵੀਡੀਓਜ਼ ਵਧੀਆ ਲੱਗਦੀਆਂ ਹੈ ਐਂਡ ਸਪੈਸ਼ਲੀ ਤੁਸੀਂ ਐਂਡ ਤੱਕ ਇਹ ਵੀਡੀਓ ਦੇਖਿਓ, ਜੇ ਤੁਹਾਨੂੰ ਵਧੀਆ ਲੱਗੀ ਦੈਨ ਫॉर ਮਾਈ ਸਪੋਰਟ ਤੁਸੀਂ ਇਹ ਵੀਡੀਓ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ, ਨਰਸਿੰਗ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਐਂਡ ਪਲੀਜ਼ ਆਪਣੀ ਫੀਡਬੈਕ ਵੀ ਜ਼ਰੂਰ ਪ੍ਰੋਵਾਈਡ ਕਰਿਆ ਕਰੋ। ਤੁਹਾਡੀ ਫੀਡਬੈਕ ਦੇ ਨਾਲ ਮੋਟੀਵੇਸ਼ਨ ਮਿਲਦੀ ਆ ਤੇ ਇਨਸਾਈਟ ਮਿਲਦੀ ਆ ਮੈਨੂੰ ਕਿ ਹੋਰ ਕਿੱਦਾਂ ਦਾ ਕੰਟੈਂਟ ਮੈਂ ਅੱਗੇ ਲੈ ਕੇ ਆਵਾਂ ਤੁਹਾਡੇ ਲਈ। ਸੋ ਚਲੋ ਜੀ ਕਰਦੇ ਹਾਂ ਵੀਡੀਓ ਨੂੰ ਸਟਾਰਟ ਐਂਡ ਇੱਕ ਹੋਰ ਚੀਜ਼, ਪਲੀਜ਼ ਸਬਸਕ੍ਰਾਈਬ ਦਿਸ ਚੈਨਲ। ਸੋ ਮੈਨੂੰ ਐਨਾਲਿਟਿਕਸ ਤੋਂ ਪਤਾ ਲੱਗਾ ਕਿ 80% ਸਾਡੇ ਉਹ viewers ਦਾ ਜਿਨ੍ਹਾਂ ਨੇ ਇਸ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈਗਾ। ਸੋ ਟੂ ਗੈਟ ਦੀ ਡੇਲੀ ਨੋਟੀਫਿਕੇਸ਼ਨਸ ਬਿਕੋਜ਼ ਵੀ ਆਰ ਪੋਸਟਿੰਗ ਦੀ ਕੰਟੈਂਟ ਔਨ ਰੈਗੂਲਰ ਬੇਸਿਸ, ਤੁਸੀਂ ਨਰਸਿੰਗ ਸਕੂਪ ਲਾਈਵ YouTube ਤੇ ਫੋਲੋ ਜ਼ਰੂਰ ਕਰ ਲਿਓ। ਓਕੇ ਜੀ, so let's begin with aminoglycosides. So aminoglycoside, it is the antibiotic. So ਇਹਦਾ ਜੋ ਐਕਸ਼ਨ ਹੈ that is the bactericidal. So bactericidal ਦਾ ਮਤਲਬ ਹੈਗਾ ਕਿ it will kill the bacteria. So ਕਿੱਦਾਂ ਬੈਕਟੀਰੀਆ ਨੂੰ ਕਿਲ ਕਰੂਗਾ? By inhibiting the protein synthesis. So ਜਦੋਂ protein synthesis ਹੀ ਨਹੀਂ ਹੋਊਗਾ, ਸੈੱਲ ਵਾਲ ਨਹੀਂ ਬਣੂਗੀ, then ਜਿਹੜਾ ਬੈਕਟੀਰੀਆ ਹੋਊਗਾ ਆਪਣੇ ਆਪ ਹੀ ਉਹ ਖਤਮ ਹੋ ਜਾਊਗਾ। ਸੋ ਬੈਕਟੀਰੀਸਾਈਡਲ ਐਕਸ਼ਨ ਆ। ਸੋ ਬਹੁਤ ਸਾਰੇ ਐਂਟੀਬਾਇਓਟਿਕਸ ਆ ਜਿਨ੍ਹਾਂ ਦਾ ਬੈਕਟੀਰੀਓਸਟੈਟਿਕ ਐਕਸ਼ਨ ਵੀ ਹੁੰਦਾ ਆ, ਮੀਨਸ ਕਿ ਬੈਕਟੀਰੀਆ ਦੀ ਗਰੋਥ ਨੂੰ ਅੱਗੇ ਹੋਣ ਤੋਂ ਰੋਕਦੇ ਆ। ਬਟ ਦਿਸ ਅਮਾਈਨੋਗਲਾਈਕੋਸਾਈਡ ਕੰਪਲੀਟਲੀ ਬੈਕਟੀਰੀਆ ਨੂੰ ਖਤਮ ਕਰ ਦੂਗਾ, ਫਿਨਿਸ਼ ਕਰ ਦੂਗਾ। ਸੋ this is known as the narrow spectrum antibiotic. So ਤੁਸੀਂ ਟਰਮ ਸੁਣੀਆਂ ਹੋਣੀਆਂ, narrow spectrum ਹੁੰਦੇ ਆ, broad spectrum ਹੁੰਦੇ ਆ। ਸੋ ਡਿਫਰੈਂਸ ਕੀ ਹੈਗਾ ਜੀ broad ਤੇ narrow spectrum ਦਾ? ਸੋ broad spectrum antibiotics ਉਹ ਹੁੰਦੇ ਆ ਜੋ ਸਾਰੇ ਬੈਕਟੀਰੀਆ ਦੇ ਅਗੇਂਸਟ ਵਰਕ ਕਰਦੇ ਆ, ਗ੍ਰਾਮ ਨੈਗੇਟਿਵ ਦੇ ਵੀ ਤੇ ਗ੍ਰਾਮ ਪੋਜ਼ਿਟਿਵ ਦੇ। ਸੋ ਇਹ ਜਿਹੜਾ ਅਮਾਈਨੋਗਲਾਈਕੋਸਾਈਡ ਹੈਗਾ ਆ, ਇਟ ਇਜ਼ ਮੋਸਟ ਇਫੈਕਟਿਵ ਅਗੇਂਸਟ ਦੀ ਗ੍ਰਾਮ ਨੈਗੇਟਿਵ ਬੈਕਟੀਰੀਆ। ਸੋ ਇਸ ਕਰਕੇ ਇਹਨੂੰ ਆਪਾਂ ਨੈਰੋ ਸਪੈਕਟਰਮ ਦੀ ਕੈਟਾਗਰੀ 'ਚ ਪੜ੍ਹਦੇ ਹਾਂ। ਸੋ ਨੈਕਸਟ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੀਆਂ ਐਗਜ਼ਾਮਪਲਸ ਆ ਅਮਾਈਨੋਗਲਾਈਕੋਸਾਈਡਸ ਦੀਆਂ। ਤਾਂ ਤੁਸੀਂ ਸਾਰੀਆਂ ਸੁਣੀਆਂ ਹੋਣੀਆਂ ਆ, ਕੋਈ ਵੀ ਡਰੱਗ ਜਿਹਦੇ ਪਿੱਛੇ ਮਾਈਸਿਨ ਲੱਗਦਾ ਆ ਜਾਂ ਸਿਨ ਲੱਗਦਾ ਹੈਗਾ ਆ, ਉਹ ਅਮਾਈਨੋਗਲਾਈਕੋਸਾਈਡ ਹੋਏਗੀ। ਐਗਜ਼ਾਮਪਲਸ ਆਰ ਨਿਓਮਾਈਸਿਨ, ਸਟ੍ਰੈਪਟੋਮਾਈਸਿਨ, ਟੋਬਰਾਮਾਈਸਿਨ, ਜੈਂਟਾਮਾਈਸਿਨ ਔਰ ਅਮੀਕਾਸਿਨ। ਸੋ ਸਿਨ ਜਾਂ ਮਾਈਸਿਨ ਜਿਨ੍ਹਾਂ ਦੀ ਬੈਕ ਤੇ ਲੱਗਦਾ ਹੈਗਾ ਆ, ਉਹ ਡਰੱਗਸ ਅਮਾਈਨੋਗਲਾਈਕੋਸਾਈਡਸ ਹੋਣਗੀਆਂ। ਬਟ ਵੈਨਕੋਮਾਈਸਿਨ ਜਿਹੜੀ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ, ਦੈਟ ਇਜ਼ ਦੀ ਗਲਾਈਕੋਪੈਪਟਾਈਡ ਡਰੱਗ। ਸੋ ਨਿਓਮਾਈਸਿਨ ਦੇ ਨਾਲ ਤੁਸੀਂ ਇੱਥੇ ਦੇਖ ਰਹੇ ਹੋਣੇ ਕਿ ਗੱਟ ਸਟਰਲਾਈਜ਼ਰ ਲਿਖਿਆ ਹੋਇਆ। ਸੋ ਕਿਉਂ ਨਿਓਮਾਈਸਿਨ ਨੂੰ ਗੱਟ ਸਟਰਲਾਈਜ਼ਰ ਬੋਲਦੇ ਹੈਗੇ ਆ, ਇਹ ਆਪਾਂ ਨੈਕਸਟ ਆਉਣ ਵਾਲੀਆਂ ਸਲਾਈਡਸ ਦੇ ਵਿੱਚ ਦੇਖਾਂਗੇ। ਐਂਡ ਨਿਓਮਾਈਸਿਨ ਨੂੰ ਆਪਾਂ ਪਰ ਔਰਲੀ ਦਿੰਨੇ ਆ ਇਨ ਕੇਸ ਆਫ ਹੈਪੈਟਿਕ ਇਨਸਫੀਸ਼ੀਐਂਸੀ ਔਰ ਹੈਪੈਟਿਕ ਫੇਲੀਅਰ ਟੂ ਸਟਰਲਾਈਜ਼ ਦੀ ਗੱਟ। ਸੋ ਇਹਨੂੰ ਅੱਗੇ ਡਿਟੇਲ 'ਚ ਦੇਖਦੇ ਹਾਂ। ਸੋ ਨੈਕਸਟ ਆ ਗਏ ਯੂਜ਼ਸ, ਇੰਡੀਕੇਸ਼ਨਸ ਕੀ ਆ ਅਮਾਈਨੋਗਲਾਈਕੋਸਾਈਡਸ ਦੀਆਂ। ਸੋ ਪਹਿਲਾ ਹੈਗਾ ਆ ਕਿ ਇਹਨਾਂ ਨੂੰ ਆਪਾਂ ਸੀਰੀਅਸ ਇਨਫੈਕਸ਼ਨ ਦੇ ਲਈ ਹੀ ਯੂਜ਼ ਕਰਦੇ ਹਾਂ। ਕਿਉਂ ਸੀਰੀਅਸ ਇਨਫੈਕਸ਼ਨ ਦੇ ਲਈ? ਬਿਕੋਜ਼ ਇਹਨਾਂ ਦੇ ਆਪਣੇ ਸਾਈਡ ਇਫੈਕਟ ਬਹੁਤ ਜ਼ਿਆਦਾ ਹੈਗੇ ਆ। ਸੋ ਜੇ ਇਹਨਾਂ ਨੂੰ ਨਾਰਮਲ ਜਨਰਲ ਇਨਫੈਕਸ਼ਨ ਦੇ ਲਈ ਯੂਜ਼ ਕੀਤਾ ਜਾਊਗਾ ਤਾਂ ਇਹਨਾਂ ਦੀ ਸਾਈਡ ਇਫੈਕਟਸ ਦੇ ਨਾਲ ਟੈਕਲ ਕਰਨਾ ਔਖਾ ਆ। ਸੋ ਇਸ ਕਰਕੇ ਓਨਲੀ ਇਨ ਸੀਰੀਅਸ ਇਨਫੈਕਸ਼ਨਸ ਅਮਾਈਨੋਗਲਾਈਕੋਸਾਈਡਸ ਆਰ ਰਿਕਮੈਂਡਡ। ਸੋ ਐਗਜ਼ਾਮਪਲਸ ਕੀ ਆ ਸੀਰੀਅਸ ਇਨਫੈਕਸ਼ਨਸ ਦੀਆਂ? ਇਨਫੈਕਟਿਵ ਐਂਡੋਕਾਰਡਾਈਟਸ, ਸੈਪਸਿਸ, ਟਿਊਬਰਕਲੋਸਿਸ ਦੇ ਵਿੱਚ ਸਟ੍ਰੈਪਟੋਮਾਈਸਿਨ ਡਰੱਗ ਯੂਜ਼ ਕੀਤੀ ਜਾਂਦੀ ਆ, ਨਿਮੋਨੀਆ, UTI, ਓਟਾਈਟਸ ਮੀਡੀਆ ਐਂਡ ਹੈਪੈਟਿਕ ਐਨਸੈਫਲੋਪੈਥੀ। ਸੋ ਆਪਾਂ ਹੈਪੈਟਿਕ ਐਨਸੈਫਲੋਪੈਥੀ ਦੇ ਵਿੱਚ ਨਿਓਮਾਈਸਿਨ ਯੂਜ਼ ਕਰਦੇ ਹੈਗੇ। ਸੋ ਨਿਓਮਾਈਸਿਨ ਜਿਹਨੂੰ ਆਪਾਂ ਗੱਟ ਸਟਰਲਾਈਜ਼ਰ ਵੀ ਬੋਲਿਆ ਸੀਗਾ। ਸੋ what is hepatic encephalopathy? So hepatic ਦਾ ਮਤਲਬ it is related to the liver. So liver failure ਦੇ ਨਾਲ ਜਾਂ liver cirrhosis ਦੇ ਨਾਲ brain ਤੇ ਇੰਪੈਕਟ ਪੈ ਰਿਹਾ। ਕਿੱਦਾਂ ਇੰਪੈਕਟ ਪੈ ਰਿਹਾ? ਇਸੇ ਕਰਕੇ ਆਪਾਂ ਇਹਨੂੰ ਐਨਸੈਫਲੋਪੈਥੀ ਬੋਲ ਰਹੇ ਹਾਂ। ਸੋ ਇਹਨੂੰ ਹੈਪੈਟਿਕ ਕੋਮਾ ਵੀ ਬੋਲਿਆ ਜਾਂਦਾ ਹੈਗਾ। ਸੋ ਹੁੰਦਾ ਕੀ ਆ ਜੀ, ਜਦੋਂ ਲਿਵਰ ਸਿਰੋਸਿਸ ਜਾਂ ਲਿਵਰ ਫੇਲੀਅਰ ਦਾ ਕਲਾਇੰਟ ਹੈਗਾ ਆ, ਤਾਂ ਲਿਵਰ ਦਾ ਮੇਨ ਕੰਮ ਹੁੰਦਾ ਆ ਅਮੋਨੀਆ ਨੂੰ ਯੂਰੀਆ 'ਚ ਕਨਵਰਟ ਕਰਨਾ। ਐਂਡ ਇਹ ਜਿਹੜਾ ਯੂਰੀਆ ਹੈਗਾ ਆ, ਇਹ ਥਰੂ ਦੀ ਯੂਰਿਨ ਕਿਡਨੀਜ਼ ਐਕਸਕ੍ਰੀਟ ਕਰਵਾ ਦਿੰਦੀਆਂ। ਸੋ ਹੁਣ ਹੋਣਾ ਕੀ ਆ, ਹੈਪੈਟਿਕ ਇਨਸਫੀਸ਼ੀਐਂਸੀ ਦੇ ਵਿੱਚ ਜਿਹੜਾ ਅਮੋਨੀਆ ਹੈਗਾ ਆ, ਉਹ ਯੂਰੀਆ 'ਚ ਕਨਵਰਟ ਨਹੀਂ ਹੋਣਾ ਕਿਉਂਕਿ ਇਹ ਲਿਵਰ ਦਾ ਕੰਮ ਆ, ਲਿਵਰ ਤੋਂ ਇਹ ਕੰਮ ਹੋਣਾ ਨਹੀਂ, ਤੇ ਅਮੋਨੀਆ ਦਾ ਲੈਵਲ ਇਨਕਰੀਜ਼ ਹੋਣ ਲੱਗ ਪੈਂਦਾ ਬਲੱਡ ਦੇ ਵਿੱਚ। ਸੋ ਬਲੱਡ ਦੇ ਵਿੱਚ ਅਮੋਨੀਆ ਵੱਧ ਗਿਆ, ਇਟ ਵਿਲ ਕ੍ਰਾਸ ਦੀ ਬਲੱਡ ਬ੍ਰੇਨ ਬੈਰੀਅਰ। ਜਦੋਂ ਬਲੱਡ ਬ੍ਰੇਨ ਬੈਰੀਅਰ ਕ੍ਰਾਸ ਹੋ ਗਿਆ, ਇਟ ਵਿਲ ਰੀਚ ਦੀ CSF, ਤੇ CSF ਤੱਕ ਪਹੁੰਚਣ ਦਾ ਮਤਲਬ ਆ ਕਿ ਬ੍ਰੇਨ ਦੇ ਵਿੱਚ ਪਹੁੰਚ ਗਿਆ ਅਮੋਨੀਆ। ਹੁਣ ਬ੍ਰੇਨ 'ਚ ਜਾ ਕੇ ਮੈਂਟਲ ਸਟੇਟਸ ਚੇਂਜਸ ਆਉਣਗੀਆਂ, ਕਨਫਿਊਜ਼ਨ ਹੋਊਗਾ, ਇਨਐਪਰੋਪ੍ਰੀਏਟ ਬਿਹੇਵੀਅਰ ਹੋਊਗਾ, ਜਿਹਨੂੰ ਅਸੀਂ ਹੈਪੈਟਿਕ ਕੋਮਾ ਜਾਂ ਐਨਸੈਫਲੋਪੈਥੀ ਬੋਲ ਦਿੰਦੇ ਹਾਂ।
Basically, disorientation is the main and common symptom of the hepatic coma. Apart from this, ਇਹ ਜਿਹੜਾ ਅਮੋਨੀਆ ਲੈਵਲ ਇਨਕਰੀਜ਼ ਹੋ ਰਿਹਾ ਇਨ ਕੇਸ ਆਫ ਹੈਪੈਟਿਕ ਇਨਸਫੀਸ਼ੀਐਂਸੀ, ਸੋ ਇੱਥੇ ਕਈ ਵਾਰੀ ਬੈਕਟੀਰੀਆ ਵੀ ਆ ਕੇ ਨਾਲ ਰੋਲ ਪਲੇ ਕਰਦੇ ਆ ਬਿਕੋਜ਼ ਅਮੋਨੀਆ ਲੈਵਲ ਆਲਰੇਡੀ ਹਾਈ ਹੈਗਾ ਆ। ਸੋ ਸਰਟਨ ਗ੍ਰਾਮ ਨੈਗੇਟਿਵ ਬੈਕਟੀਰੀਆ ਜਿਹੜੇ ਹੈਗੇ ਆ ਉਹ ਯੂਰੀਏਜ਼ ਐਂਜ਼ਾਈਮ ਰਿਲੀਜ਼ ਕਰਦੇ ਆ। ਸੋ ਜਿਹੜਾ ਯੂਰੀਏਜ਼ ਹੈਗਾ ਆ ਇਹ ਵੀ ਅਮੋਨੀਆ ਨੂੰ ਪ੍ਰੋਡਿਊਸ ਕਰਦਾ ਹੈ। ਸੋ ਅਮੋਨੀਆ ਦੀ ਪ੍ਰੋਡਕਸ਼ਨ ਦੇ ਲਈ ਗ੍ਰਾਮ ਨੈਗੇਟਿਵ ਬੈਕਟੀਰੀਆ ਵੀ ਰਿਸਪੌਂਸਿਬਲ ਹੁੰਦੇ ਆ। ਸੋ ਹੁਣ ਇਹ ਜਿਹੜਾ ਨੀਓਮਾਈਸਿਨ ਹੈਗਾ ਆ ਇਹ ਆਪਾਂ ਉੱਪਰ ਪੜ੍ਹ ਚੁੱਕੇ ਆ ਕਿ this drug is effective against the gram negative bacteria. So gram negative bacteria ਕੀ ਬਣਾ ਰਿਹਾ ਹੈਗਾ ਆ ਅਮੋਨੀਆ ਬਣਾ ਰਿਹਾ। ਸੋ ਜਦੋਂ ਅਸੀਂ ਗ੍ਰਾਮ ਨੈਗੇਟਿਵ ਬੈਕਟੀਰੀਆ ਨੂੰ ਹੀ ਖਤਮ ਕਰ ਦੇਵਾਂਗੇ, ਬੈਕਟੀਰੀਸਾਈਡਲ ਇਫੈਕਟ ਆ ਇਹਦਾ, ਦੈਨ ਅਮੋਨੀਆ ਦੀ ਜਿਹੜੀ ਪ੍ਰੋਡਕਸ਼ਨ ਹੈਗੀ ਆ ਉਹ ਰਿਡਿਊਸ ਹੋ ਜਾਊਗੀ ਤੇ ਅਮੋਨੀਆ ਦੀ ਪ੍ਰੋਡਕਸ਼ਨ ਰਿਡਿਊਸ ਹੋਊਗੀ, ਬ੍ਰੇਨ ਤੱਕ ਘਟ ਜਾਊਗਾ ਤੇ ਹੈਪੈਟਿਕ ਐਨਸੈਫਲੋਪੈਥੀ ਦੇ ਸਾਈਨਸ ਇੰਪਰੂਵ ਹੋਣਗੇ। ਸੋ ਇਸ ਕਰਕੇ ਜਿਹੜਾ ਹੈਗਾ ਆ ਨੀਓਮਾਈਸਿਨ ਨੂੰ ਗਟ ਸਟਰਲਾਈਜ਼ਰ ਵੀ ਬੋਲਦੇ ਆ ਬਿਕੋਜ਼ ਇਹ ਜਿਹੜੇ ਗਟ ਦੇ ਵਿੱਚ ਗ੍ਰਾਮ ਨੈਗੇਟਿਵ ਬੈਕਟੀਰੀਆ ਆ ਉਹ ਅਮੋਨੀਆ ਨੂੰ ਰਿਲੀਜ਼ ਕਰਦੇ ਆ। ਸੋ ਇਸ ਕਰਕੇ ਇਹਨੂੰ ਆਪਾਂ ਪਰ ਔਰਲੀ ਦਿੰਨੇ ਹੈਗੇ ਆ। ਸੋ ਇਹ ਬਹੁਤ ਇੰਪੋਰਟੈਂਟ ਇੰਡੀਕੇਸ਼ਨ ਹੈਗੀ ਆ ਨੀਓਮਾਈਸਿਨ ਦੀ ਹੈਪੈਟਿਕ ਐਨਸੈਫਲੋਪੈਥੀ ਦੇ ਵਿੱਚ। ਤੁਸੀਂ ਲਿਵਰ ਸਿਰੋਸਿਸ ਚ ਵੀ ਇਹ ਚੀਜ਼ ਪੜੋਗੇ। ਸੋ ਅਪਾਰਟ ਫਰਮ ਦਿਸ, ਹੁਣ ਨੈਕਸਟ ਅਗਰ ਗੱਲ ਕਰੀਏ ਅਨਦਰ ਇੰਪੋਰਟੈਂਟ ਥਿੰਗ ਅਬਾਊਟ ਦੀ ਅਮਾਈਨੋਗਲਾਈਕੋਸਾਈਡ ਦੈਟ ਇਜ਼ ਦੀ ਸਾਈਡ ਇਫੈਕਟਸ। ਸੋ ਸਾਈਡ ਇਫੈਕਟਸ ਤੇ ਬਹੁਤ ਕਾਮਨਲੀ ਕੁਐਸਚਨ ਬਣਦੇ ਆ ਅਮਾਈਨੋਗਲਾਈਕੋਸਾਈਡ ਦੇ। ਸੋ ਇਹਦੇ ਮੇਨਲੀ 3 ਕਾਮਨ ਸਾਈਡ ਇਫੈਕਟ ਆ। ਪਹਿਲਾ ਕਾਮਨ ਸਾਈਡ ਇਫੈਕਟ ਹੈਗਾ ਆ ਓਟੋਟੌਕਸਿਸਿਟੀ। ਓਟੋਟੌਕਸਿਸਿਟੀ ਮਤਲਬ ਤੁਹਾਡੇ ਈਅਰਸ ਨਾਲ ਰਿਲੇਟਡ ਆ। ਸੋ ਓਟੋਟੌਕਸਿਸਿਟੀ ਦੇ ਵਿੱਚ ਵੈਸਟੀਬਲੋਕੋਕਲੀਅਰ ਨਰਵ ਵਿਚ ਇਜ਼ ਆਰ 8th cranial nerve ਇਹਨੂੰ ਡੈਮੇਜ ਹੁੰਦਾ। ਸੋ ਇਹਦੇ 2 ਪਾਰਟ ਆ, ਇੱਕ ਹੈਗਾ ਵੈਸਟੀਬਲੋ ਪਾਰਟ, ਇੱਕ ਹੈਗਾ ਕੋਕਲੀਅਰ ਪਾਰਟ। ਸੋ ਜਿਹੜਾ ਵੈਸਟੀਬਲੋ ਪਾਰਟ ਹੈਗਾ ਆ ਇਹ ਤੁਹਾਡੇ ਬੈਲੈਂਸ ਦੇ ਲਈ ਰਿਸਪੌਂਸਿਬਲ ਹੁੰਦਾ ਹੈ ਤੇ ਕੋਕਲੀਅਰ ਪਾਰਟ ਜਿਹੜਾ ਆ ਹੀਅਰਿੰਗ ਲਈ ਰਿਸਪੌਂਸਿਬਲ ਹੁੰਦਾ। ਇਟ ਮੀਨਸ ਕਿ ਪਰਸਨ ਦਾ ਬੈਲੈਂਸ ਵੀ ਲਾਸ ਹੋਊਗਾ ਤੇ ਹੀਅਰਿੰਗ ਵੀ ਇੰਪੇਅਰਡ ਹੋਊਗੀ ਜੇ ਆਟੋਟੌਕਸਿਸਿਟੀ ਹੋ ਗਈ ਬਿਕੋਜ਼ ਆਫ ਦੀ ਅਮਾਈਨੋਗਲਾਈਕੋਸਾਈਡ। ਸੋ ਹੁਣ ਐਨਕਲੈਕਸ ਉਹਨਾਂ ਸੌਖਾ ਐਗਜ਼ਾਮ ਨਹੀਂ ਹੈਗਾ ਕਿ ਤੁਹਾਨੂੰ ਅਮਾਈਨੋਗਲਾਈਕੋਸਾਈਡ ਦੇ ਸਾਈਡ ਇਫੈਕਟਸ ਦੇ ਵਿੱਚ ਆਟੋਟੌਕਸਿਸਿਟੀ ਡਾਇਰੈਕਟ ਆਪਸ਼ਨ ਆ ਜਾਵੇ, ਹੈ ਨਾ, ਇਹ ਤਾਂ ਹੋਣਾ ਨਹੀਂ ਹੈਗਾ। ਸੋ ਤੁਹਾਨੂੰ ਇਨਡਾਇਰੈਕਟਲੀ ਕੁਐਸਚਨ ਆਉਂਦਾ ਹੈ। ਇਨਡਾਇਰੈਕਟ ਫਾਰਮ ਦੇ ਵਿੱਚ ਕੀ ਹੈਗਾ ਆ, ਹੁਣ ਬੈਲੈਂਸ ਲਾਸ ਦੇ ਨਾਲ ਟਰਮਸ ਹੈਗੀਆਂ ਆ ਵਰਟਾਈਕ, ਠੀਕ ਹੈ, ਕਿ ਸਿਰ ਚਕਰਾ ਰਿਹਾ ਹੈਗਾ ਆ। ਦੂਸਰੀ ਟਰਮ ਹੈਗੀ ਆ ਅਟੈਕਸੀਆ। ਅਟੈਕਸੀਆ ਕੀ ਆ, ਲੈਕ ਆਫ ਕੋਆਰਡੀਨੇਸ਼ਨ, ਚੱਲਣ ਦੇ ਵਿੱਚ ਵਾਕ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਬਿਕੋਜ਼ ਆਫ ਦੀ ਬੈਲੈਂਸ ਪ੍ਰੋਬਲਮ, ਬਿਕੋਜ਼ ਆਫ ਦੀ ਡੈਮੇਜ ਟੂ ਦੀ ਵੈਸਟੀਬੂਲਰ ਪਾਰਟ ਆਫ ਦੀ cranial nerve 8. Next ਹੈਗਾ ਆ tinnitus. Tinnitus is ringing in the ears. So ਇਹ ਤਿੰਨੇ ਸਿੰਪਟਮਸ ਜਿਹੜੇ ਹੈਗੇ ਆ ਅਗਰ ਪੇਸ਼ੈਂਟ ਦੇ ਵਿੱਚ ਆ ਰਹੇ ਆ ਤੇ ਉਹਨੂੰ ਅਮਾਈਨੋਗਲਾਈਕੋਸਾਈਡ ਚੱਲ ਰਹੇ ਆ, ਇਟ ਮੀਨਸ ਕਿ ਤੁਹਾਡੇ ਕਲਾਇੰਟ ਨੂੰ ਆਟੋਟੌਕਸਿਸਿਟੀ ਹੋ ਰਹੀ ਹੈਗੀ ਆ। ਅਪਾਰਟ ਫਰਮ ਦਿਸ ਨੋਜ਼ੀਆ ਵੋਮਿਟਿੰਗ ਵੀ ਹੋ ਸਕਦਾ ਹੈ ਬਿਕੋਜ਼ ਇਟ ਇਜ਼ ਰਿਲੇਟਡ ਟੂ ਬੈਲੈਂਸ ਤੁਹਾਡੀ ਵੈਸਟੀਬੂਲਰ ਨਰਵ। ਸੋ ਦੂਸਰੀ ਹੈਗੀ ਕੋਕਲੀਅਰ ਨਰਵ। ਕੋਕਲੀਅਰ ਨਰਵ ਜਿਹੜੀ ਹੈਗੀ ਆ ਤੁਹਾਡੇ ਹੀਅਰਿੰਗ ਲਈ ਰਿਸਪੌਂਸਿਬਲ ਹੈ ਤਾਂ ਹੀਅਰਿੰਗ ਇੰਪੇਅਰਮੈਂਟ ਹੋ ਸਕਦੀ ਹੈ। ਸੋ ਨੈਕਸਟ ਆ ਗਿਆ ਆਪਣਾ ਨੈਫਰੋਟੌਕਸਿਸਿਟੀ। ਸੋ ਨੈਫਰੋਟੌਕਸਿਸਿਟੀ ਦੇ ਵਿੱਚ ਕਿਡਨੀ ਡੈਮੇਜ, ਰੀਨਲ ਡੈਮੇਜ ਹੋਣ ਦਾ ਰਿਸਕ ਹੈਗਾ ਆ ਵਿਦ ਦਾ ਯੂਜ਼ ਆਫ ਦਿਸ ਡਰਗ। ਇਸੇ ਕਰਕੇ ਆਪਾਂ ਗੱਲ ਕੀਤੀ ਸੀਗੀ ਕਿ ਸਿਰਫ ਸੀਰੀਅਸ ਇਨਫੈਕਸ਼ਨਸ ਨੂੰ ਟ੍ਰੀਟ ਕਰਨ ਦੇ ਲਈ ਅਮਾਈਨੋਗਲਾਈਕੋਸਾਈਡ ਯੂਜ਼ ਕੀਤੇ ਜਾਂਦੇ ਹੈਗੇ ਆ। ਬਿਕੋਜ਼ ਆਫ ਰਿਸਕ ਆਫ ਦੀ ਨੈਫਰੋਟੌਕਸਿਸਿਟੀ ਅਗਰ 60+ ਤੁਹਾਡੇ ਕੋਲ 올ਡ ਏਜ ਕਲਾਇੰਟਸ ਹੈਗੇ ਆ ਉਹਨਾਂ ਦੇ ਵਿੱਚ ਬਹੁਤ ਕੌਸ਼ਨਲੀ ਯੂਜ਼ ਕਰਨੀ ਹੈ ਤੁਸੀਂ ਅਮਾਈਨੋਗਲਾਈਕੋਸਾਈਡ। ਸੋ ਫॉर ਦੀ ਨੈਫਰੋਟੌਕਸਿਸਿਟੀ ਰੀਨਲ ਫੰਕਸ਼ਨ ਟੈਸਟ ਕਰਾਂਗੇ, ਯੂਰੀਆ ਲੈਵਲ ਚੈੱਕ ਕਰਾਂਗੇ, ਕ੍ਰੀਟੀਨਾਈਨ ਲੈਵਲ ਚੈੱਕ ਕਰਾਂਗੇ। ਸੋ ਆਟੋਟੌਕਸਿਸਿਟੀ, ਨੈਫਰੋਟੌਕਸਿਸਿਟੀ ਦੋਨਾਂ ਦੀ ਦੇਖੋ ਕਿਡਨੀ ਦੀ ਤੇ ਈਅਰ ਦੀ ਜਿਹੜੀ ਸਟਰਕਚਰ ਹੈਗੀ ਆ ਸਿਮਿਲਰ ਜਿਹੀ ਹੈਗੀ ਆ। ਸੋ ਇਹ 2 ਕਾਮਨ ਐਂਡ ਸੀਵੀਅਰ ਸਾਈਡ ਇਫੈਕਟ ਹੈਗੇ ਆ ਅਮਾਈਨੋਗਲਾਈਕੋਸਾਈਡ ਦੇ, ਆਟੋਟੌਕਸਿਸਿਟੀ ਤੇ ਨੈਫਰੋਟੌਕਸਿਸਿਟੀ। ਥਰਡ ਵਨ ਇਜ਼ ਦੀ ਨਿਊਰੋਮਸਕੂਲਰ ਬਲੋਕੇਜ। ਹੁਣ ਨਿਊਰੋਮਸਕੂਲਰ ਬਲੋਕੇਜ ਦਾ ਮਤਲਬ ਹੈ ਕਿ ਨਰਵ ਟ੍ਰਾਂਸਮਿਸ਼ਨ ਨਹੀਂ ਹੋਊਗੀ। ਸੋ ਦਿਸ ਮੀਨਸ ਕਿ ਮਾਈਸਥੀਨੀਆ ਗ੍ਰੈਵਿਸ ਵਾਲੇ ਕਲਾਇੰਟਸ ਦੇ ਵਿੱਚ ਅਮਾਈਨੋਗਲਾਈਕੋਸਾਈਡਸ ਨੂੰ ਬਹੁਤ ਕੌਸ਼ਨਲੀ ਦੇਣਾ ਹੈਗਾ ਆ ਬਿਕੋਜ਼ ਆਫ ਦਿਸ ਸਾਈਡ ਇਫੈਕਟ। ਸੋ ਨੈਕਸਟ ਆਪਣੇ ਕੋਲ ਇੱਕ ਟਰਮ ਆ ਰਹੀ ਹੈ ਸਿਨਰਜਿਜ਼ਮ। ਸੋ ਸਿਨਰਜਿਜ਼ਮ ਕੀ ਹੈਗਾ ਆ ਕਿ ਅਗਰ ਆਪਾਂ ਅਮਾਈਨੋਗਲਾਈਕੋਸਾਈਡਸ ਨੂੰ ਅਦਰ ਐਂਟੀਬਾਇਓਟਿਕਸ, ਅਦਰ ਦਾ ਮਤਲਬ ਬੀਟਾ ਲੈਕਟਮ ਐਂਟੀਬਾਇਓਟਿਕਸ ਜਿਹਦੇ ਵਿੱਚ ਸੈਫਟਰਾਈਐਕਸੋਨ, ਸੈਫਲੋਸਪੋਰਿਨਸ ਆ ਜਾਂਦੇ ਆ ਜਾਂ ਪੈਨੀਸਿਲਿਨ ਆ ਜਾਂਦੀਆਂ, ਅਗਰ ਆਪਾਂ ਇਹਨਾਂ ਨੂੰ ਇਕੱਠੇ ਦਿੰਨੇ ਆ ਦੈਨ ਇਹ ਦੋਨੇ ਹੀ ਡਰੱਗਸ ਇੱਕ ਦੂਜੇ ਦੀ ਐਫੀਕੇਸੀ ਨੂੰ ਐਨਹਾਂਸ ਕਰਦੇ ਆ। ਸੋ ਦਿਸ ਮੀਨਸ ਕਿ ਅਗਰ ਸੀਰੀਅਸ ਇਨਫੈਕਸ਼ਨ ਹੈਗੀ ਆ ਦੈਨ ਆਪਾਂ ਅਮਾਈਨੋਗਲਾਈਕੋਸਾਈਡਸ ਨੂੰ ਕੰਬੀਨੇਸ਼ਨ ਦੇ ਵਿੱਚ ਦੇ ਸਕਦੇ ਆ ਈਦਰ ਵਿਦ ਸੈਫਟਰਾਈਐਕਸੋਨ ਔਰ ਵਿਦ ਪੈਨੀਸਿਲਿਨ। Next ਹੈਗੀ nursing implications. Nursing implications first ਹੈਗੀ ਆ avoid in pregnancy. So this drug is not recommended in pregnancy because of the risk of the fetal ototoxicity. Second one is avoid with other nephrotoxic drugs. So ਜਿਹੜੀਆਂ drugs renal damage ਕਰ ਸਕਦੀਆਂ ਆ ਉਹਨਾਂ ਦੇ ਨਾਲ ਇਹ drugs ਨੂੰ
देना है तो बहुत कॉशनली देना है, लाइक नेसेड्स, एम्फोटेरिसिन बी, वेनकोमाइसिन, साइक्लोस्पोरिन और सिस्प्लैटिन। ठीक है, अगर स्पेशली एल्डरली क्लाइंट दे विच दे रहे हैं तो बहुत कॉशनली देना है या जहां वी कैन चूज दी अनदर एंटीबायोटिक इन प्लेस ऑफ दी अमाइनोग्लाइकोसाइड। नेक्स्ट हैगा अवॉइड विद अदर ऑटोटॉक्सिक ड्रग लाइक फ्रुसमाइड और वेनकोमाइसिन। नेक्स्ट हैगा कि 60 प्लस क्लाइंट्स ਦੇ ਵਿੱਚ cautionly ਦੇਣਾ ਹੈ and in those clients who are having a kidney damage because ਇਸ drug ਦਾ ਅਮਾਈਨੋਗਲਾਈਕੋਸਾਈਡ ਦਾ ਆਪਣਾ ਇੱਕ ਪੋਟੈਂਸ਼ੀਅਲ ਸਾਈਡ ਇਫੈਕਟ ਹੋ ਸਕਦਾ ਹੈ ਕਿਡਨੀ ਡੈਮੇਜ। ਠੀਕ ਹੈ ਜੀ, ਸੋ ਇਸ ਕਰਕੇ ਬਹੁਤ ਧਿਆਨ ਦੇ ਨਾਲ ਫ੍ਰੀਕੁਐਂਟ ਮੋਨੀਟਰਿੰਗ ਤੁਹਾਨੂੰ ਚਾਹੀਦੀ ਹੋਊਗੀ ਕ੍ਰਿਟਨਾਈਨ ਤੇ ਬਲੱਡ ਯੂਰੀਆ ਨਾਈਟ੍ਰੋਜਨ ਦੀ। So that is everything about the aminoglycosides. So ਇਹ ਦੋ questions ਆ, ਇੱਕ question ਮੈਂ read ਕਰਦੀ ਹਾਂ ਤੇ ਤੁਸੀਂ ਇਹਨਾਂ ਦੇ comment section ਦੇ ਵਿੱਚ ਆਪਣੇ answer post ਕਰਨੇ ਆ। So first question is, a nurse is educating a patient on how to monitor the side effects while taking the aminoglycosides to treat the infection. The nurse is discussing the ototoxic side effect that can occur while taking this medication. What ototoxic side effect should nurse tell the patient to report immediately if experienced? Options are vision loss in either one or both eyes. Option B, loss of the color vision. Option C is tinnitus. And option D is the photophobia. So do post your answer for this question. So the next question है your patient is taking gentamicin to treat an infection. Gentamicin aminoglycoside, mycin लगदा पिछे. So which finding below require immediate attention? Blood pressure 104/76, urinary output 480 ml per day. Option C, potassium 4 milliequivalent per liter. And WBC count is 7,000. So do post your answer in the comment section. And if you really like this video, then for my motivation, please share this video within the nursing circle and please अपनी feedback भी comment section च provide करियो कि अपन next ਹੋਰ ਕਿਹੜੇ topics ਲੈ ਕੇ ਆਈਏ NCLEX RN ਦੀ exam ਦੀ preparation ਦੇ ਲਈ। So that's all about for today. So we'll see you in the next video very soon. So thank you so much for watching. Keep supporting and keep sharing.